ਕਿਚ ਕਹੀਏ ਟੀਵੀ ਚੈਨਲ ਦੇ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਜਿਸ ਵਿਸ਼ੇ ਤੇ ਗੱਲ ਕਰਨੀ ਸ਼ੁਰੂ ਕਰ ਰਹੀ ਹਾਂ ਉਹ ਹੈ ਆਓ ਤੁਰੀਏ ਸੰਯੁਕਤ ਸਮਾਜ ਮੋਰਚੇ ਦੇ ਅੰਗ ਸੰਗ। ਭਾਵੇਂ ਕਿ ਅਸੀਂ ਬੜੇ ਚਿਰ ਤੋਂ ਆਪਣੇ ਇਸ ਸਟੈਂਡ ਤੇ ਅੜੇ ਰਹੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ, ਖਾਸ ਕਰਕੇ ਇਹਦੀ ਜਿਹੜੀ ਮੁੱਖ ਲੀਡਰਸ਼ਿਪ ਹੈ ਉਹਨੂੰ। ਹਾਂ, ਉਹਦੀ ਜਗ੍ਹਾ ਤੇ ਇਹ ਆਪਣੀ ਸੈਕੰਡਰੀ ਲੀਡਰਸ਼ਿਪ ਨੂੰ ਜੇ ਚੋਣਾਂ ਦੇ ਵਿੱਚ ਉਤਾਰਦੇ ਨੇ ਤਾਂ ਵਧੀਆ ਗੱਲ ਹੋਏਗੀ। ਤਾਂ ਹੁਣ ਇਹ ਗੱਲ ਥੋੜ੍ਹੀ ਥੋੜ੍ਹੀ ਸਾਫ਼ ਹੋਣ ਲੱਗੀ ਹੈ ਕਿ ਹੋ ਸਕਦਾ ਹੈ ਕੋਈ ਇੱਕ ਅੱਧਾ ਲੀਡਰ ਇਹਨਾਂ ਦੇ ਵਿੱਚੋਂ ਚੋਣ ਅਖਾੜੇ 'ਚ ਨਿਤਰੇ, ਪਰ ਵਧੇਰੇ ਕਰਕੇ ਇਹਨਾਂ ਦੇ ਚੋਂ ਬਹੁਤੇ ਲੀਡਰ ਜਿਹੜੇ ਆ ਆਪ ਚੋਣ ਨਹੀਂ ਲੜਨਗੇ, ਬਲਕਿ ਉਹਨਾਂ ਦੇ ਇਲਾਕੇ ਦੇ ਵਿੱਚੋਂ ਜਾਂ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚੋਂ ਜਿਹੜੇ ਵੀ ਸੱਚੇ ਸੁੱਚੇ ਕਿਰਦਾਰ ਵਾਲੇ ਤੇ ਕਾਬਲ ਵਿਅਕਤੀ ਹੋਣਗੇ ਉਹਨਾਂ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ। ਦੂਸਰੀ ਗੱਲ ਹੈ ਕਿ ਇਹ ਕਿਸੇ ਵੀ ਹੋਰ ਰਾਜਸੀ ਧਿਰ ਦੇ ਨਾਲ ਗੱਠਜੋੜ ਨਹੀਂ ਕਰਨ ਜਾ ਰਹੇ ਤੇ 117 ਸੀਟਾਂ ਦੇ ਉੱਤੇ ਇਹ ਖੁਦ ਚੋਣ ਲੜਨਗੇ। ਇਹ ਵੀ ਇੱਕ ਚੰਗੀ ਗੱਲ ਹੈ। ਇਹ ਬਹੁਤ ਸੰਤੁਸ਼ਟੀ ਵਾਲੀ ਗੱਲ ਹੈ ਕਿ ਰਵਾਇਤੀ ਪਾਰਟੀਆਂ ਦੇ ਚਿੱਕੜ ਵਿੱਚ ਨਹੀਂ ਫਸੇ। ਤੇ ਦੂਜੀ ਗੱਲ, ਇਹਨਾਂ ਨੇ ਆਪਣੇ ਸੰਗਠਨ ਦਾ ਜੋ ਨਾਂ ਰੱਖਿਆ ਹੈ ਸੰਯੁਕਤ ਸਮਾਜ ਮੋਰਚਾ, ਉਹਦੇ ਤੋਂ ਕਈ ਸਾਡੇ ਵੀਰਾਂ ਭੈਣਾਂ ਨੂੰ ਸ਼ਿਕਵਾ ਹੈ, ਸ਼ਿਕਾਇਤ ਹੈ ਕਿ ਇਹਦੇ ਵਿੱਚੋਂ ਇਹਨਾਂ ਨੇ ਕਿਸਾਨ ਸ਼ਬਦ ਹਟਾ ਦਿੱਤਾ ਹੈ। ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਕਿਸਾਨ ਸ਼ਬਦ ਹੀ ਹਟ ਗਿਆ ਤਾਂ ਹੋ ਸਕਦਾ ਹੈ ਕਿ ਕਿਸਾਨਾਂ ਦੇ ਲਈ ਇਹ ਕੁਝ ਕਰਨ ਹੀ ਨਾ। ਤਾਂ ਉਹ ਕਹਿੰਦੇ ਆ ਕਿ ਜੇ ਇਹਦੇ ਵਿੱਚ ਕਿਸਾਨ ਸ਼ਬਦ ਲੱਗਿਆ ਹੁੰਦਾ ਫਿਰ ਤਾਂ ਅਸੀਂ ਇਹਨਾਂ ਨੂੰ ਕਿਸਾਨਾਂ ਦੀ ਪਾਰਟੀ ਸਮਝਦੇ ਤੇ ਇਹਨਾਂ ਦੇ ਸਮਰਥਨ ਵਿੱਚ ਆਉਂਦੇ, ਪਰ ਹੁਣ ਕਿਉਂਕਿ ਇਹਨਾਂ ਨੇ ਕਿਸਾਨ ਸ਼ਬਦ ਹੀ ਹਟਾ ਦਿੱਤਾ ਹੈ ਇਸ ਕਰਕੇ ਅਸੀਂ ਇਹਨਾਂ ਦਾ ਸਮਰਥਨ ਨਹੀਂ ਕਰਾਂਗੇ। ਪਰ ਉਹਨਾਂ ਭੋਲੇ ਵੀਰਾਂ ਭੈਣਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਭਾਈ ਇਹ ਤਾਂ ਸਗੋਂ ਇਹਨਾਂ ਨੇ ਬਹੁਤ ਵਿਸ਼ਾਲ ਘੇਰਾ ਬਣਾ ਲਿਆ ਆਪਣੇ ਇਸ ਮੋਰਚੇ ਦਾ, ਜਿਹਦੇ ਵਿੱਚ ਇਹਨਾਂ ਨੇ ਸਮਾਜ ਦੇ ਹਰ ਵਰਗ ਨੂੰ ਆਪਣੇ ਨਾਲ ਜੋੜਨ ਦਾ ਯਤਨ ਕੀਤਾ ਹੈ। ਚਾਹੇ ਕੋਈ ਪੜ੍ਹਿਆ ਹੋਵੇ, ਚਾਹੇ ਕੋਈ ਅਨਪੜ੍ਹ ਹੋਵੇ, ਕੋਈ ਛੋਟਾ ਬਿਜ਼ਨਸਮੈਨ ਹੋਵੇ ਜਾਂ ਕੋਈ ਛੋਟਾ ਦੁਕਾਨਦਾਰ ਹੋਵੇ ਜਾਂ ਸਾਡੇ ਛੋਟੇ ਦਿਹਾੜੀਦਾਰ ਕਾਮੇ ਹੋਣ, ਮਜ਼ਦੂਰ ਹੋਣ, ਕਿਸਾਨ ਹੋਣ, ਸਰਕਾਰੀ ਕਰਮਚਾਰੀ ਹੋਣ, ਕੋਈ ਵੀ ਇਹਨਾਂ ਦੇ ਨਾਲ ਆ ਕੇ ਰਲ ਸਕਦਾ ਹੈ। ਤੇ ਇਸ ਤਰ੍ਹਾਂ ਇਹਨਾਂ ਨੇ ਆਪਣਾ ਦਾਇਰਾ ਵਿਸ਼ਾਲ ਕਰ ਲਿਆ। ਸੋ ਇਹਦੇ ਵਿੱਚ ਕਿਸਾਨਾਂ ਦਾ ਹਿੱਤ ਨਹੀਂ ਹੋਏਗਾ ਇਹ ਤੁਸੀਂ ਨਹੀਂ ਕਹਿ ਸਕਦੇ, ਬਲਕਿ ਸਮਾਜ ਦੇ ਸਾਰੇ ਵਰਗਾਂ ਦੇ ਹਿੱਤ ਲਈ ਇਹ ਮੋਰਚਾ ਕੰਮ ਕਰੇਗਾ। ਦੂਸਰੀ ਗੱਲ ਕਿ ਇਹਨਾਂ ਨੇ ਪਰੰਪਰਾਗਤ ਪਾਰਟੀਆਂ ਵਾਂਗ ਆਪਣਾ ਨਾਮ ਪਾਰਟੀ ਨਹੀਂ ਰੱਖਿਆ, ਬਲਕਿ ਮੋਰਚਾ ਨਾਮ ਰੱਖਿਆ ਹੈ। ਤਾਂ ਮੋਰਚੇ ਦਾ ਮਤਲਬ ਹੈ ਸੰਘਰਸ਼ ਕਰਨਾ। ਤਾਂ ਇਹ ਦਿਖਾਉਣਾ ਚਾਹੁੰਦੇ ਨੇ ਰਾਜਨੀਤਿਕ ਪਾਰਟੀਆਂ ਨੂੰ ਕਿ ਅਸੀਂ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਆਪਣੇ ਹੱਕਾਂ ਲਈ ਲੜਾਈ ਲੜੀ ਹੈ ਤੇ ਜਿੱਤ ਪ੍ਰਾਪਤ ਕੀਤੀ ਹੈ, ਉਸੇ ਤਰ੍ਹਾਂ ਹੀ ਹੁਣ ਅਸੀਂ ਸੰਯੁਕਤ ਸਮਾਜ ਮੋਰਚੇ ਦੇ ਰਾਹੀਂ ਇੱਕ ਰਾਜਸੀ ਧਿਰ ਬਣ ਕੇ ਪੰਜਾਬ ਦੇ ਰਾਜਸੀ ਪੱਧਰ ਉੱਤੇ ਜੋ ਚਿੱਕੜ ਫੈਲਿਆ ਹੋਇਆ ਉਸ ਨੂੰ ਸਾਫ਼ ਕਰਨ ਦਾ ਯਤਨ ਕਰਾਂਗੇ। ਤਾਂ ਇਹਦੇ ਵਿੱਚੋਂ ਸਾਨੂੰ ਲੱਗਦਾ ਹੈ ਕਿ ਸੰਯੁਕਤ ਸਮਾਜ ਮੋਰਚਾ ਦੇ ਨਾਲ ਸਾਨੂੰ ਉਸੇ ਤਰ੍ਹਾਂ ਹੀ ਜੀ ਜਾਨ ਲਾ ਕੇ ਖੜਨਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖੜੇ ਸੀ। ਤਾਂ ਸੰਯੁਕਤ ਸਮਾਜ ਮੋਰਚਾ ਇਕੱਲਾ ਨਹੀਂ ਹੈ, ਇਹਦੇ ਨਾਲ ਹੁਣ ਚੜੂੰਨੀ ਸਾਹਿਬ ਦੀ ਸੰਯੁਕਤ ਸੰਘਰਸ਼ ਪਾਰਟੀ, ਜੂਝਦਾ ਪੰਜਾਬ ਤੇ ਲੋਕ ਅਧਿਕਾਰ ਲਹਿਰ ਵਰਗੀਆਂ ਪਾਰਟੀਆਂ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਜੁੜ ਗਈਆਂ ਨੇ। ਇਸ ਤੋਂ ਇਲਾਵਾ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਇਹਨਾਂ ਨੇ ਇੱਕ ਸੈਮੀਨਾਰ ਕੀਤਾ ਸੀ, ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਇਹਨਾਂ ਵੱਲੋਂ ਕਿ ਇਹਨਾਂ ਨੇ ਕੁੱਲ ਪੰਜਾਬ ਵਿੱਚ ਐਸੀ ਜਿਹੜੀਆਂ ਹੈਗੀਆਂ 40 ਤੋਂ 45 ਸੰਸਥਾਵਾਂ ਉਹਨਾਂ ਦਾ ਸਮਰਥਨ ਲੈ ਲਿਆ ਹੈ, ਉਹ ਇਹਨਾਂ ਨੂੰ ਮਿਲ ਗਿਆ ਹੈ। ਤਾਂ ਇਹ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ। ਤਾਂ ਇਹ ਜਿਹੜਾ ਮੋਰਚਾ ਬਣਿਆ, ਇਸ ਮੋਰਚੇ ਨੂੰ ਚੋਣਾਂ ਵਿੱਚ ਜਿਤਾ ਕੇ ਰਾਜਨੀਤੀ ਦਾ ਇੱਕ ਨਵਾਂ ਅਧਿਆਇ ਲਿਖਣ ਦੀ ਆਪਾਂ ਲੋਕ ਵੀ ਕੋਸ਼ਿਸ਼ ਕਰੀਏ ਤਾਂ ਕਿ ਹਰ ਪੰਜਾਬੀ ਜਿਹੜਾ ਹੈ ਉਹ ਲੋਕਤੰਤਰ ਦਾ ਸਹੀ ਨਿੱਘ ਮਾਣ ਸਕੇ, ਜਿਸ ਦੇ ਨਾਲ ਸਹੀ ਅਰਥਾਂ ਵਿੱਚ ਆਮ ਕਿਰਤੀਆਂ ਦਾ ਰਾਜ ਹੋਵੇ,
ਰਿਸ਼ਵਤ, ਬੇਈਮਾਨੀ ਤੇ ਹਰ ਤਰ੍ਹਾਂ ਦੀਆਂ ਮਾਫੀਆ ਤੋਂ ਸਾਨੂੰ ਮੁਕਤੀ ਮਿਲੇ। ਅਸੀਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੁਣ ਤੱਕ ਸਾਨੂੰ ਜਿਹੜੇ ਮੁਫਤ ਦੇ ਲੋਲੀਪੌਪ ਦਿੱਤੇ ਜਾ ਰਹੇ ਨੇ, ਕੋਈ ਪਾਰਟੀ ਔਰਤਾਂ ਨੂੰ ਲੁਭਾ ਰਹੀ ਹੈ 1000 ਰੁਪਇਆ ਮਹੀਨਾ ਦੇਵਾਂਗੇ, ਕੋਈ ਪਾਰਟੀ ਲੁਭਾ ਰਹੀ ਹੈ 2000 ਰੁਪਇਆ ਮਹੀਨਾ ਔਰਤਾਂ ਨੂੰ ਦੇਵਾਂਗੇ, ਕੋਈ ਪਾਰਟੀ ਲੁਭਾ ਰਹੀ ਹੈ ਕਿ ਔਰਤਾਂ ਨੂੰ ਇਸ ਵੇਲੇ ਆ ਦਿੱਤਾ ਜਾਏਗਾ, ਇਸ ਵੇਲੇ ਆ ਦਿੱਤਾ ਜਾਏਗਾ, ਇਸ ਵੇਲੇ ਆ ਦਿੱਤਾ ਜਾਏਗਾ, ਸਿੱਖਿਆ ਦੇ ਵਿੱਚ ਉਹਨਾਂ ਦਾ ਇਸ ਤਰ੍ਹਾਂ ਸੁਧਾਰ ਕੀਤਾ ਜਾਏਗਾ, ਉਹਨਾਂ ਨੂੰ ਇਸ ਤਰ੍ਹਾਂ ਮਦਦ ਕੀਤੀ ਜਾਏਗੀ। ਤਾਂ ਇਹ ਜਿਹੜੇ ਲੋਲੀਪੌਪ ਹੈਗੇ ਨੇ, ਇਹਨਾਂ ਦੀ ਸਾਨੂੰ ਝਾਕ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਸਾਨੂੰ ਜਿਹੜੇ ਕਾਂਗਰਸ ਪਾਰਟੀ ਵੱਲੋਂ, ਅਕਾਲੀ ਪਾਰਟੀ ਵੱਲੋਂ ਨੀਲੇ ਪੀਲੇ ਕਾਰਡ ਜਿਹੜੇ ਬਣਾ ਕੇ ਦਿੱਤੇ ਗਏ, ਉਹਨਾਂ ਨੀਲੇ ਪੀਲੇ ਕਾਰਡਾਂ ਦੇ ਵਿੱਚ ਜੋ ਸਾਨੂੰ ਮੁਫਤ ਦੀਆਂ ਸਹੂਲਤਾਂ ਦਿੱਤੀਆਂ ਗਈਆਂ, ਜਾਂ ਸਾਨੂੰ ਜੋ ਹੁਣ ਲਾਰੇ ਲਾਏ ਜਾ ਰਹੇ ਆ ਕਿ ਆਹ ਮੁਫਤ ਦੇਵਾਂਗੇ, ਉਹ ਮੁਫਤ ਦੇਵਾਂਗੇ, ਇਹਨਾਂ ਤੁਹਾਨੂੰ ਬਿਜਲੀ ਦੀ ਯੂਨਿਟ ਮੁਫਤ ਮਿਲੇਗੀ, ਆਹ ਚੀਜ਼ ਮਿਲੇਗੀ, ਉਹ ਚੀਜ਼ ਮਿਲੇਗੀ, ਇਹ ਸਾਰੇ ਦੇ ਸਾਰੇ ਲਾਰੇ ਵਾਅਦੇ ਹੁੰਦੇ ਆ। ਕੋਈ ਵੀ ਜਿਹੜਾ ਲਾਰਾ ਵਾਅਦਾ ਹੈ ਉਹ ਸਾਨੂੰ ਵਫਾ ਨਹੀਂ ਆਉਂਦਾ, ਕਾਰਨ ਕਿ ਪੰਜਾਬ ਦੇ ਸਿਰ ਲੱਖਾਂ ਦਾ ਕਰਜ਼ਾ ਹੈ, ਲੱਖਾਂ ਦਾ ਜਿਹੜਾ ਕਰਜ਼ਾ ਹੈ, ਲੱਖ ਕਰੋੜ ਰੁਪਏ ਦਾ, 3 ਲੱਖ ਕਰੋੜ ਰੁਪਏ ਤੱਕ ਹੋ ਗਿਆ ਹੈ। ਇਹ ਜਿਹੜਾ ਕਰਜ਼ਾ ਹੈ ਇਹਨੂੰ ਉਤਾਰਿਆ ਜਾਏਗਾ ਜਾਂ ਲੋਕਾਂ ਨੂੰ ਮੁਫਤ ਦੇ ਇਹ ਲੋਲੀਪੌਪ ਦੇ ਕੇ ਵਰਚਾਇਆ ਜਾਵੇਗਾ। ਸੋ ਇਹ ਵਾਅਦੇ ਵਫਾ ਹੋਣ ਵਾਲੇ ਨਹੀਂ ਹੈਗੇ। ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਸਾਡੇ ਆਪਣੇ ਜਿਹੜੇ ਰਾਜ ਦੇ ਵਿੱਚ ਜੋ ਕੁਛ ਵੀ ਬੇਈਮਾਨੀਆਂ ਚੱਲ ਰਹੀਆਂ ਨੇ, ਜੋ ਕੁਛ ਵੀ ਸਰਕਾਰੀ ਪੱਧਰ 'ਤੇ, ਪ੍ਰਸ਼ਾਸਨਿਕ ਪੱਧਰ 'ਤੇ ਜਿੰਨਾ ਮਾਫੀਆ ਰਾਜ ਚੱਲ ਰਿਹਾ ਹੈ, ਜੋ ਸਾਡੇ ਰਾਜ ਦੇ ਵਿੱਚ ਬੇਈਮਾਨੀ ਪਣਪ ਰਹੀ ਹੈ, ਜੜ੍ਹਾਂ ਦੇ ਵਿੱਚ ਸਾਡੇ ਰਿਸ਼ਵਤ ਘਰ ਘਰ ਗਈ ਹੈ, ਕੋਈ ਵੀ ਫਾਈਲ ਜਿਹੜੀ ਹੈ ਉਹ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਉਹਨੂੰ ਪਹੀਏ ਨਹੀਂ ਲੱਗਦੇ, ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਗੁਰੇਜ਼ ਕਰਨਾ ਹੋਏਗਾ, ਇਹਨਾਂ ਨੂੰ ਬੰਦ ਕਰਨਾ ਹੋਏਗਾ। ਇਹ ਬੰਦ ਤਾਂ ਹੀ ਹੋਣਗੀਆਂ ਜੇ ਲੋਕ ਸ਼ਕਤੀ ਰਾਜ ਸੱਤਾ ਦੇ ਵਿੱਚ ਆਏਗੀ। ਲੋਕ ਸ਼ਕਤੀ ਰਾਜ ਸੱਤਾ ਦੇ ਵਿੱਚ ਆਉਣ ਦੇ ਨਾਲ ਸਾਨੂੰ ਕੁਝ ਤਾਕਤ ਮਿਲੇਗੀ ਤੇ ਅਸੀਂ ਮਾਫੀਆ ਰਾਜ ਨੂੰ ਖਤਮ ਕਰਕੇ, ਜਾਂ ਇਹ ਜਿਹੜੇ ਬੇਈਮਾਨੀਆਂ ਨੇ, ਰਿਸ਼ਵਤਾਂ ਨੇ, ਇਹਨਾਂ ਨੂੰ ਖਤਮ ਕਰਕੇ ਆਮ ਲੋਕਾਂ ਨੂੰ ਕੁਝ ਰਾਹਤ ਦਿਵਾ ਸਕਾਂਗੇ। ਹੁਣ ਸਾਨੂੰ ਇਹ ਲੱਗਦਾ ਹੈ ਕਿ ਸਾਡਾ ਹਰ ਰੋਜ਼ ਦਮ ਘੁੱਟਦਾ ਹੈ। ਜੋ ਪੰਜਾਬ 1980-81 ਤੱਕ ਸਰਕਰਦਾ ਸਟੇਟ ਬਣਦਾ ਸੀ, ਉਹਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਸੀ, ਲੋਕ ਖੁਸ਼ਹਾਲ ਸਨ, ਉਹ ਸਟੇਟ ਹੌਲੀ 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 ਇੰਨੀ ਕੁ ਖਰਾਬ ਉਹਦਾ ਮਾਹੌਲ ਕਰ ਦਿੱਤਾ ਗਿਆ ਕਿ ਇਹਦੀਆਂ ਜੜ੍ਹਾਂ ਵਿੱਚ ਤੇਲ ਇਹਦੇ ਹੀ ਨੇਤਾਵਾਂ ਨੇ ਦਿੱਤਾ ਤੇ ਬੇਈਮਾਨੀਆਂ ਦੇ ਸਿਰ ਤੇ ਉਹਨਾਂ ਨੇ ਆਪਣੇ ਤਾਂ ਘਰ ਭਰ ਲਏ, ਲੇਕਿਨ ਪੰਜਾਬ ਦਾ ਪੱਠਾ ਬੈਠਦਾ ਚਲਾ ਗਿਆ। ਇਹ ਪੱਠਾ ਇਸ ਤਰ੍ਹਾਂ ਬੈਠਾ ਕਿ ਅੱਜ ਸਾਨੂੰ ਕਿਸੇ ਪਾਸੇ ਕੋਈ ਆਸ ਦੀ ਕਿਰਨ ਦਿਖਾਈ ਹੀ ਨਹੀਂ ਦਿੰਦੀ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਕਿਹੜੀ ਖੱਡ ਵਿੱਚ ਡਿੱਗੇ ਪਏ ਹਾਂ, ਕਿ ਸਾਨੂੰ ਕੋਈ ਉਠਾਏਗਾ। ਦੂਜੇ ਪਾਸੇ ਇਹ ਵੀ ਗੱਲ ਹੈਗੀ ਹੈ ਕਿ ਉਗਰਾਹਾਂ ਜਥੇਬੰਦੀ ਜਿਹੜੀ ਹੈ, ਭਾਰਤੀ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਇਹ ਜਥੇਬੰਦੀ ਜਿਹੜੀ ਹੈ ਇਹਨੇ ਕਿਹਾ ਕਿ ਅਸੀਂ ਜਿਹੜੀਆਂ ਚੋਣਾਂ ਹੈ ਉਹਨਾਂ ਦੇ ਵਿੱਚ ਨਾ ਤਾਂ ਹਿੱਸਾ ਲੈਂਦੇ ਆ, ਨਾ ਕਿਸੇ ਨੂੰ ਸਮਰਥਨ ਕਰਦੇ ਹਾਂ, ਸਾਡਾ ਕਾਡਰ ਕਿਸੇ ਨੂੰ ਵੀ ਵੋਟ ਪਾ ਸਕਦਾ ਹੈ। ਉਹਨਾਂ ਦੇ ਆਪਣੇ ਖਦਸ਼ੇ ਹੈਗੇ ਨੇ, ਉਹ ਵੀ ਖਦਸ਼ੇ ਜਿਹੜੇ ਨੇ ਬਹੁਤ ਵਿਚਾਰਨਯੋਗ ਨੇ ਕਿ ਜੋ ਭੂਮੀ ਹੈ ਇੱਥੋਂ ਦੀ, ਉਹਦੇ 'ਤੇ ਜਾਗੀਰਦਾਰੂ ਕਬਜ਼ੇ ਨੇ, ਜਾਂ ਕਿੰਨੀ ਭੂਮੀ ਖਾਲੀ ਪਈ ਹੈ, ਉਸ ਨੂੰ ਕਿਸ ਤਰ੍ਹਾਂ ਵੰਡਿਆ ਜਾਵੇ ਬੇਜ਼ਮੀਨੇ ਲੋਕਾਂ ਦੇ ਵਿੱਚ ਜਾਂ ਥੋੜ੍ਹੇ ਜ਼ਮੀਨ ਵਾਲੇ ਲੋਕਾਂ ਦੇ ਵਿੱਚ, ਤਾਂ ਉਹ ਜੋ ਉਹਨਾਂ ਦਾ ਵਿਕਾਸ ਮਾਡਲ ਹੈ ਉਸ ਨੂੰ ਕਿਵੇਂ ਵੀ ਝੁਠਲਾਇਆ ਨਹੀਂ ਜਾ ਸਕਦਾ। ਪਰ ਮੇਰੀ ਜਾਚੇ ਜੋ ਉਹਨਾਂ ਦਾ ਵਿਚਾਰ ਹੈ ਕਿ ਅਸੀਂ ਪੋਲੀਟੀਕਲ ਸਿਸਟਮ ਦੇ ਵਿੱਚ ਨਹੀਂ ਆਉਣਾ, ਤਾਂ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਪੋਲੀਟੀਕਲ ਸਿਸਟਮ ਦੇ ਵਿੱਚ ਆ ਕੇ ਇਹ ਲੋਕ ਥੋੜ੍ਹਾ ਆਪਣਾ ਜਿਹੜਾ ਹੈ ਕੰਮ ਕਰਦੇ ਹੋਏ ਹੋਰ ਅੱਗੇ ਵਧਣ, ਤੇ ਹੋ ਸਕਦਾ ਹੈ ਕਿ ਕਿਸੇ ਦਿਨ ਅਸੀਂ ਪੂਰੀ ਸੈਂਟਰ ਦੀ ਸਰਕਾਰ 'ਤੇ ਵੀ ਆਪਣਾ ਜਿਹੜਾ ਕਬਜ਼ਾ ਉਹ ਲੈ ਲਈਏ, ਤਾਂ ਉਹਦੇ ਆਧਾਰ 'ਤੇ ਭਾਰਤ ਦਾ ਕੁਛ ਨਕਸ਼ਾ ਜਿਹੜਾ ਸੰਵਰ ਸਕਦਾ ਹੈ। ਦੁਨੀਆ ਦੇ ਇਤਿਹਾਸ ਦੇ ਵਿੱਚ ਹੋ ਸਕਦਾ ਅਸੀਂ ਪਹਿਲ ਕਰ ਸਕੀਏ ਕਿ ਆਹ ਚੀਜ਼ ਜਿਹੜੀ ਹੈ ਭਾਰਤ ਨੇ ਕਰਕੇ ਦਿਖਾ ਦਿੱਤੀ, ਕਿਉਂਕਿ ਆਮ ਦੁਨੀਆ ਦੇ ਵਿੱਚ ਜਿਹੜਾ ਮਾਡਲ ਚੱਲ ਰਿਹਾ ਰਾਜਨੀਤੀ ਦਾ,
ਉਹ ਕਾਰਪੋਰੇਟ ਘਰਾਣਿਆਂ ਦਾ ਹੀ ਚੱਲ ਰਿਹਾ। ਤੇ ਇਹ ਵੀ ਗੱਲ ਸਹੀ ਹੈ ਕਿ ਜੋ ਵੀ ਕਾਨੂੰਨ ਬਣਦੇ ਨੇ ਉਹ ਬਣਦੇ ਤਾਂ ਹੈ ਲੋਕਾਂ ਦੇ ਭਲੇ ਨੂੰ ਸਾਹਮਣੇ ਰੱਖ ਕੇ ਕਹੇ ਜਾਂਦੇ ਆ, ਵਿਆਖਿਆ ਉਹਨਾਂ ਦੀ ਇਹ ਕੀਤੀ ਜਾਂਦੀ ਹੈ ਕਿ ਇਹ ਲੋਕ ਭਲਾਈ ਦੇ ਕੰਮ ਨੇ, ਲੇਕਿਨ ਅੰਦਰ ਖਾਤੇ ਸਾਰੇ ਦੇ ਸਾਰੇ ਕੰਮ ਜਿੰਨੇ ਵੀ ਹੁੰਦੇ ਆ ਉਹ ਪਾਰਲੀਮੈਂਟ ਤੋਂ ਬਾਹਰ ਕਾਨੂੰਨ ਬਣਦੇ ਨੇ। ਜੋ WTO ਕਹਿੰਦਾ ਹੈ, ਜੋ ਜਿਹੜੀ ਸੰਸਾਰਕ ਮੁਦਰਾ ਸਮਿਤੀ ਕਹਿੰਦੀ ਹੈ, ਜੋ ਉਹਨਾਂ ਨੂੰ ਕਾਰਪੋਰੇਟ ਘਰਾਣੇ ਕਹਿੰਦੇ ਆ, ਉਹ ਉਹਨਾਂ ਦੇ ਫਾਇਦੇ ਨਾਲ ਹੀ ਸਭ ਕੁਛ ਸੋਚ ਕੇ ਮਾਪ ਕੇ ਕਾਨੂੰਨ ਬਣਾ ਕੇ ਭੇਜੇ ਜਾਂਦੇ ਆ। ਤੇ ਸਾਡੀ ਪਾਰਲੀਮੈਂਟ ਦੇ ਵਿੱਚ ਬੈਠੇ ਜਿੰਨੇ ਵੀ ਸਾਂਸਦ ਲੋਕ ਨੇ ਜਾਂ ਜੋ ਵੀ ਸੱਤਾ ਧਿਰ ਹੁੰਦੀ ਹੈ ਉਹ ਸਿਰਫ ਇਹਨਾਂ ਤੇ ਦਸਖਤ ਕਰਨ ਵਾਲੀ ਹੁੰਦੀ ਹੈ। ਤੇ ਦਸਖਤ ਕਰਕੇ ਲੋਕ ਭਲਾਈ ਦੇ ਨਾਂ ਹੇਠਾਂ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ, ਲੋਕਾਂ ਨੂੰ ਠੱਗ ਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ। ਇਹਦੇ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ, ਇਹ ਕਿਵੇਂ ਵੀ ਅਸੀਂ ਇਹਨੂੰ ਝੁਠਲਾ ਨਹੀਂ ਸਕਦੇ, ਹੋ ਇਹੀ ਕੁਛ ਰਿਹਾ। ਔਰ ਜਿਹੜੀ ਕਿਸਾਨ ਭਾਰਤੀ ਕਿਸਾਨ ਏਕਤਾ ਉਗਰਾਹਾਂ ਜਥੇਬੰਦੀ ਹੈ ਉਸ ਦੇ ਇਹਨਾਂ ਗੱਲਾਂ ਦੇ ਵਿੱਚ 100% ਸੱਚਾਈ ਹੈ, ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ। ਪਰ ਦੂਜੇ ਪਾਸੇ ਜੇ ਅਸੀਂ ਇਹ ਚਾਹੀਏ ਕਿ ਅਸੀਂ ਇੱਕ ਪਾਸੇ ਬੈਠ ਕੇ ਸਿਰਫ ਸੰਘਰਸ਼ ਹੀ ਕਰਾਂਗੇ, ਹਾਂ ਸੰਘਰਸ਼ ਕਰਨਾ ਸਾਡਾ ਰਾਈਟ ਹੈ, ਸਾਡਾ ਬੁਨਿਆਦੀ ਹੱਕ ਹੈ, ਅਸੀਂ ਸੰਘਰਸ਼ ਕਰਦੇ ਰਹਾਂਗੇ। ਪਰ ਜੇ ਅਸੀਂ ਰਾਜਨੀਤੀ ਦੇ ਵਿੱਚ ਇੱਕ ਧਿਰ ਬਣ ਕੇ ਸਾਹਮਣੇ ਆ ਜਾਈਏ ਤਾਂ ਮੇਰੇ ਖਿਆਲ 'ਚ ਥੋੜ੍ਹਾ ਥੋੜ੍ਹਾ ਕਰਕੇ ਅਸੀਂ ਇਹਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੀਏ ਤਾਂ ਕਿਸੇ ਦਿਨ ਅਸੀਂ ਕਾਮਯਾਬ ਹੋ ਸਕਦੇ ਹਾਂ। ਇਹ ਜਿਹੜਾ ਕਾਰਪੋਰੇਟ ਮਾਡਲ ਹੈ ਇਸ ਨੂੰ ਬਦਲਣ ਵਾਸਤੇ ਸਾਨੂੰ ਰਾਜਸੀ ਧਿਰ ਬਣ ਕੇ ਰਾਜ ਸੱਤਾ ਦੇ ਵਿੱਚ ਆ ਕੇ ਕਾਫੀ ਹੈਲਪ ਮਿਲ ਸਕਦੀ ਹੈ, ਮੇਰੇ ਹਿਸਾਬ ਨਾਲ ਕਾਫੀ ਮਦਦ ਮਿਲ ਸਕਦੀ ਹੈ ਕਿ ਅਸੀਂ ਇਸ ਮਾਡਲ ਨੂੰ ਪਰੇ ਤੱਕ ਕੇ ਆਪਣੇ ਹਿਸਾਬ ਨਾਲ ਜੋ ਸਾਡਾ ਵਿਕਾਸ ਮਾਡਲ ਹੈ ਉਸ ਹਿਸਾਬ ਨਾਲ ਅਸੀਂ ਕੰਮ ਕਰ ਸਕੀਏ। ਆਫਟਰ ਆਲ ਜਿਹੜੇ ਕਾਨੂੰਨ ਬਣਾਏ ਗਏ ਹੁਣ ਤੱਕ ਉਹ ਪਾਰਲੀਮੈਂਟ ਦੇ ਵਿੱਚ ਹੀ ਬਣੇ ਆ। ਇਹ ਠੀਕ ਹੈ ਕਿ ਕਿਸਾਨਾਂ ਨੇ ਪੂਰੇ 13 ਮਹੀਨੇ ਸੰਘਰਸ਼ ਕਰਕੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਲੋਕ ਸ਼ਕਤੀ ਦੇ ਆਧਾਰ ਤੇ ਜਿਹੜੇ 3 ਕਾਲੇ ਕਾਨੂੰਨ ਸੀ ਇਹ ਰੱਦ ਕਰਵਾ ਲਏ, ਲੇਕਿਨ ਇੱਕ ਹੋਰ ਵੀ ਸਵਾਲ ਉੱਠਦਾ ਹੈ ਕਿ ਅਸੀਂ ਇਹ ਤਾਂ ਕਾਨੂੰਨ ਰੱਦ ਕਰਵਾ ਲਏ ਪਰ ਕੀ ਅਸੀਂ ਟੋਲ ਪਲਾਜ਼ੇ ਸਾਰੇ ਖਤਮ ਕਰਵਾ ਸਕੇ? ਕੀ ਅਸੀਂ ਇਹ ਜਿਹੜੀਆਂ ਟੋਲ ਪਲਾਜ਼ਿਆਂ ਵਾਲੀਆਂ ਸੜਕਾਂ ਨੇ ਜਿਹੜੀਆਂ ਸਿਰਫ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਲਾਭ ਹਿੱਤ ਹੀ ਕੱਢੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਬੰਦ ਕਰ ਸਕੇ? ਕੀ ਅਸੀਂ ਜੀਓ ਵਰਗੇ ਜਿਹੜੇ ਸਿਮ ਹੈਗੇ ਆ ਜਿਨ੍ਹਾਂ ਦੇ ਆਧਾਰ ਤੇ ਅਰਬਾਂ ਰੁਪਈਏ ਮਹੀਨੇ ਦੇ ਇਹ ਕੰਪਨੀਆਂ ਕਮਾਉਂਦੀਆਂ ਨੇ ਉਹਨਾਂ ਨੂੰ ਅਸੀਂ ਖਤਮ ਕਰ ਸਕੇ? ਮੇਰੇ ਖਿਆਲ 'ਚ ਜਿਹੜੀ ਵੀ ਸੰਸਥਾਵਾਂ ਹੈਗੀਆਂ ਨੇ ਸਰਕਾਰੀ ਸੰਸਥਾਵਾਂ, ਉਹਨਾਂ ਸੰਸਥਾਵਾਂ ਦਾ ਜਿਹੜਾ ਨਿੱਜੀਕਰਨ ਹੋ ਰਿਹਾ ਹੈ ਕਿ ਅਸੀਂ ਸੰਘਰਸ਼ਰਤ ਹੋ ਕੇ ਉਹਨਾਂ ਨੂੰ ਵਾਪਸ ਨੈਸ਼ਨਲਾਈਜ਼ ਕਰਵਾ ਸਕਦੇ ਹਾਂ? ਕਰਵਾ ਸਕੇ ਹਾਂ? ਨਹੀਂ ਕਰਵਾ ਸਕੇ। ਕਿਉਂ ਨਹੀਂ ਕਰਵਾ ਸਕੇ? ਕਿਉਂਕਿ ਸਾਡੇ ਹੱਥ ਵਿੱਚ ਸਿਰਫ ਸੰਘਰਸ਼ ਰਹਿ ਜਾਂਦਾ ਹੈ, ਕਾਨੂੰਨ ਘਾੜੇ ਤਾਂ ਪਾਰਲੀਮੈਂਟ ਵਿੱਚ ਬੈਠੇ ਆ ਜਾਂ ਸੰਸਦ ਵਿੱਚ ਜਾਂ ਵਿਧਾਨ ਸਭਾ 'ਚ ਬੈਠੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਆਪਣੇ ਹੱਥ ਸੱਤਾ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਉਹ ਸੱਤਾ ਆਪਣੇ ਹੱਥ ਵਿੱਚ ਰੱਖਾਂਗੇ ਉਸ ਸੱਤਾ ਦੇ ਆਧਾਰ ਤੇ ਜਿਹੜੇ ਕਾਨੂੰਨ ਬਣੀ ਜਾਂਦੇ ਆ ਉਹਨਾਂ ਕਾਨੂੰਨਾਂ ਨੂੰ ਨੱਥ ਪਾ ਕੇ ਲੋਕ ਭਲੇ ਦੇ ਕਾਨੂੰਨ ਫਿਰ ਤੋਂ ਲਿਆਵਾਂਗੇ ਤਾਂ ਹੀ ਸਾਡਾ ਕੁਝ ਸੰਵਰ ਸਕੇਗਾ। ਕਿਉਂਕਿ ਦੇਖੋ ਚਾਹੇ ਇੰਦਰਾ ਗਾਂਧੀ ਕਿੰਨੀ ਵੀ ਮਾੜੀ ਸੀ ਲੇਕਿਨ ਸਭ ਤੋਂ ਪਹਿਲਾਂ ਉਹਨੇ ਹੀ ਬੈਂਕਾਂ ਦਾ ਨੈਸ਼ਨਲਾਈਜੇਸ਼ਨ ਕੀਤਾ ਸੀ ਤੇ ਬੈਂਕਾਂ ਦਾ ਨੈਸ਼ਨਲਾਈਜੇਸ਼ਨ ਜਿਸ ਨੇ ਕੀਤਾ ਉਹਦੇ ਕਰਕੇ ਉਹ ਇੱਕ ਲੋਕ ਭਲੇ ਦਾ ਕੰਮ ਸੀ ਤੇ ਉਹਨੂੰ ਅਸੀਂ ਕਿਵੇਂ ਵੀ ਨਕਾਰ ਨਹੀਂ ਸਕਦੇ ਕਿ ਇਹ ਚੰਗਾ ਕੰਮ ਸੀ। ਤਾਂ ਇਸ ਤਰ੍ਹਾਂ ਚੰਗੇ ਕੰਮ ਕਰਨ ਵਾਸਤੇ ਸਾਨੂੰ ਸੱਤਾ ਧਿਰ ਨਾਲ ਖੜੋਣਾ ਜ਼ਰੂਰੀ ਹੈ। ਇੱਕ ਸੱਤਾ ਧਿਰ ਨਾਲ ਨਹੀਂ ਕਹਿ ਸਕਦੀ ਮੈਂ, ਸੱਤਾ ਧਿਰ ਬਣ ਕੇ ਖੜਨਾ ਜ਼ਰੂਰੀ ਹੈ ਤਾਂ ਕਿ ਲੋਕਾਂ ਦੇ ਸਾਹਮਣੇ ਆ ਕੇ ਅਸੀਂ ਲੋਕਾਂ ਦਾ ਕੰਮ ਕਰ ਸਕੀਏ, ਲੋਕਾਂ ਵਾਸਤੇ ਕਰ ਸਕੀਏ ਤੇ ਸਹੀ ਅਰਥਾਂ ਵਿੱਚ ਲੋਕਾਂ ਦਾ ਲੋਕਾਂ ਦੁਆਰਾ ਲੋਕਾਂ ਉੱਤੇ ਕੀਤਾ ਗਿਆ ਰਾਜ ਸਾਡਾ ਲੋਕਤੰਤਰ ਬਣੇ। ਤਾਂ ਇਹ ਜਿਹੜਾ ਲੋਕਤੰਤਰ ਹੈ ਇਹ ਸਹੀ ਅਰਥਾਂ ਵਿੱਚ ਅਸੀਂ ਤਾਂ ਹੀ ਸਹੀ ਚਲਾ ਸਕਾਂਗੇ ਜੇ ਅਸੀਂ ਆਪ ਇਸ ਤਰ੍ਹਾਂ ਦੇ ਜਿਹੜੇ ਪਾਰਟੀਆਂ ਤੋਂ ਮੁਕਤ ਹੋ ਕੇ
ਜਿਹੜੀਆਂ ਕਿ ਰਵਾਇਤੀ ਪਾਰਟੀਆਂ ਨੇ, ਲੋਕਾਂ ਦਾ ਖੂਨ ਚੂਸ ਰਹੀਆਂ ਨੇ, ਉਹਨਾਂ ਤੋਂ ਮੁਕਤ ਹੋ ਕੇ ਆਪਣੇ ਤੌਰ ਤੇ ਕਿਰਤੀ ਕਾਮਿਆਂ ਦੀ ਜਮਾਤ ਨੂੰ ਅੱਗੇ ਲਿਆ ਕੇ ਲੋਕ ਹਿਤੈਸ਼ੀ ਕੰਮ ਕਰਾਂਗੇ। ਇਹਦੇ ਵਾਸਤੇ ਸਾਡੇ ਕੋਲ ਸੱਤਾ ਦਾ ਹੋਣਾ ਲਾਜ਼ਮੀ ਹੈ, ਤੇ ਸੱਤਾ ਦੇ ਵਿੱਚ ਹੁੰਦਿਆਂ ਹੋਇਆਂ ਵੀ ਅਸੀਂ ਜਿਹੜੇ ਸਾਡੇ ਵਿਰੋਧ ਵਿੱਚ ਜਾਣ ਵਾਲੇ ਕਾਨੂੰਨ ਹੈਗੇ ਆ, ਉਹਨਾਂ ਦੇ ਨਾਲ ਦੋ ਚਾਰ ਹੱਥ ਕਰ ਸਕਦੇ ਹਾਂ। ਪਰ ਜੇ ਅਸੀਂ ਕਹੀਏ ਕਿ ਅਸੀਂ ਇੱਕ ਸੱਤਾ ਤੋਂ ਪਰੇ ਰਹਿ ਕੇ, ਸੱਤਾ ਤੋਂ ਲਾਂਭੇ ਰਹਿ ਕੇ ਅਸੀਂ ਸੰਘਰਸ਼ ਕਰਦੇ ਰਹੀਏ ਜਾਂ ਅਸੀਂ ਇਹ ਕਰਦੇ ਰਹੀਏ, ਤਾਂ ਸਿਰਫ ਦੇਖਦੇ ਰਹੀਏ, ਲੜਦੇ ਰਹੀਏ। ਹਾਂ, ਲੜਨਾ ਸਾਡਾ ਹੱਕ ਹੈ ਜਿਵੇਂ ਮੈਂ ਪਹਿਲਾਂ ਕਿਹਾ, ਪਰ ਲੜੀਏ ਵੀ ਤੇ ਲੜਨ ਦੇ ਨਾਲ ਨਾਲ ਅਸੀਂ ਜਿਹੜਾ ਸੱਤਾ ਹੈ, ਸੱਤਾ ਦੇ ਵਿੱਚ ਆ ਕੇ ਇਹਨਾਂ ਕਾਨੂੰਨਾਂ ਨੂੰ ਫਿਰ ਤੋਂ ਦੁਬਾਰਾ ਘੜੀਏ, ਦੁਬਾਰਾ ਲੋਕ ਹਿਤੈਸ਼ੀ ਬਣਾਈਏ। ਕਿਉਂਕਿ ਅਸੀਂ ਨਹੀਂ ਮੰਨ ਸਕਦੇ ਕਿ ਅਸੀਂ ਸੰਘਰਸ਼ ਕਰਦੇ ਹਾਂ ਤੇ ਸਾਡੀ ਗੱਲ ਤੇ ਕੋਈ ਕੰਨ ਵੀ ਧਰਦਾ। ਹੁਣ ਦੇਖੋ ਨਾ, ਆਪਾਂ 13 ਮਹੀਨੇ ਸੰਘਰਸ਼ ਦੇ ਵਿੱਚ ਬਰੂਹਾਂ ਤੇ ਦਿੱਲੀ ਦੀਆਂ ਤੇ ਬੈਠੇ ਰਹੇ ਹਾਂ, ਕਿਸੇ ਨੇ ਆਪਣੀ ਗੱਲ ਸੁਣੀ? ਇੱਕ ਦਿਨ ਅਚਾਨਕ ਮੋਦੀ ਦੇ ਮਨ ਵਿੱਚ ਆਇਆ ਤੇ ਉਹਨੇ ਆ ਕੇ ਐਲਾਨ ਕਰ ਦਿੱਤਾ। ਉਹ ਵੀ ਕਿਉਂ ਕਰ ਦਿੱਤਾ ਤੁਸੀਂ ਸਾਰੇ ਜਾਣਦੇ ਹੋ, ਕਿਉਂਕਿ ਚੋਣਾਂ ਦੇ ਵਿੱਚ ਹਾਰ ਉਹਨੂੰ ਦਿਸ ਰਹੀ ਸੀ। ਤਾਂ ਇਸ ਹਾਰ ਨੂੰ ਆਪਣੀ ਜਿੱਤ ਵਿੱਚ ਬਦਲਣ ਵਾਸਤੇ ਉਹ ਨਵੇਂ ਪੈਂਤੜੇ ਜਿਵੇਂ ਅਪਣਾਉਂਦਾ, ਉਹਨਾਂ ਦੇ ਵਿੱਚੋਂ ਹੀ ਇੱਕ ਪੈਂਤੜਾ ਇਹ ਵੀ ਸੀ ਕਿ ਉਹ ਕਿਸਾਨਾਂ ਨੂੰ ਆਪਣੇ ਨਾਲ ਕਰਨ ਵਾਸਤੇ, ਕਿਸਾਨਾਂ ਦੇ ਜਿਹੜੇ ਇਹ ਵਿਰੋਧੀ ਕਾਨੂੰਨ ਸੀ ਉਹਨਾਂ ਨੂੰ ਉਹਨੇ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਸੋ ਮੇਰੇ ਖਿਆਲ ਦੇ ਵਿੱਚ ਜੇ ਆਪਾਂ ਇਹਨਾਂ ਕਾਨੂੰਨਾਂ ਵਾਂਗ ਦੂਜੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਪਰੇ ਕਰਨਾ ਹੈ ਜਾਂ ਆਪਣੇ ਹਿੱਤ ਦੇ ਵਿੱਚ ਬਦਲਣਾ ਹੈ, ਤਾਂ ਅਸੀਂ ਸਿਰਫ ਸੰਘਰਸ਼ ਕਰਦੇ ਰਹਿ ਜਾਵਾਂਗੇ। ਜ਼ਰੂਰੀ ਨਹੀਂ ਕਿ ਇਹ ਲੋਕ ਸਾਨੂੰ ਸਾਡੀ ਕੌਲੀ ਵਿੱਚ ਖੈਰ ਪਾਉਣ। ਕਿਉਂ ਨਹੀਂ ਪਾਉਣਗੇ? ਕਿਉਂਕਿ ਜਦੋਂ ਸੱਤਾ ਨਸ਼ੇ ਦੇ ਵਿੱਚ ਹੁੰਦੀ ਹੈ, ਉਹਨੂੰ ਆਮ ਲੋਕ ਕੀੜੇ ਮਕੌੜੇ ਲੱਗਦੇ ਆ। ਆਮ ਲੋਕ ਕੀੜੇ ਮਕੌੜੇ ਲੱਗਣ ਕਰਕੇ ਉਹ ਸੱਤਾ ਦੇ ਨਸ਼ੇ ਵਿੱਚ ਚੂਰ ਸਾਡੇ ਵਰਗਿਆਂ ਨੂੰ ਕੁਛ ਗਿਣਦੀ ਬਿੱਧਦੀ ਹੀ ਨਹੀਂ। ਇਸੇ ਕਰਕੇ 750 ਕਿਸਾਨਾਂ ਤੱਕ ਦੀ ਸਾਡੀ ਸ਼ਹਾਦਤ ਜਿਹੜੀ ਹੈ, ਉਹਦੇ ਬਾਰੇ 'ਚ ਇਸ ਸੱਤਾ ਵੱਲੋਂ ਇੱਕ ਸ਼ਬਦ ਵੀ ਨਹੀਂ ਬੋਲਿਆ ਗਿਆ। ਹੁਣ ਤੱਕ ਉਹਨਾਂ ਨੂੰ ਜੋ ਮੁਆਵਜ਼ਾ ਮਿਲਣਾ ਚਾਹੀਦਾ ਸੀ ਉਹਦੇ ਬਾਰੇ ਕੋਈ ਖਾਸ ਗੱਲ ਹੋ ਨਹੀਂ ਸਕੀ। ਹੁਣ ਤੱਕ ਜਿਹੜੇ ਸਾਡੇ ਕਿਸਾਨਾਂ ਤੇ ਪਰਚੇ ਦਰਜ ਨੇ ਉਹ ਵਾਪਸ ਨਹੀਂ ਹੋ ਸਕੇ। ਹੁਣ ਤੱਕ ਲਖੀਮਪੁਰ ਖੀਰੀ ਦੀ ਘਟਨਾ ਦਾ ਜਿਹੜਾ ਦੋਸ਼ੀ ਆ ਉਹ ਖੁੱਲ੍ਹੇਆਮ ਰਾਜ ਸੱਤਾ ਦਾ ਸੁੱਖ ਮਾਣ ਰਿਹਾ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਮੇਰਾ ਇਹੀ ਮੰਨਣਾ ਹੈ ਕਿ ਜੇ ਅਸੀਂ ਸੱਤਾ ਦੇ ਵਿੱਚ ਕਾਬਜ਼ ਹੋਣ ਦਾ ਯਤਨ ਕਰੀਏ, ਥੋੜ੍ਹਾ ਥੋੜ੍ਹਾ ਕਰਕੇ ਹੀ ਸਹੀ ਭਾਵੇਂ, ਪਰ ਅਸੀਂ ਆਪਣੇ ਤੌਰ ਤੇ ਪਹਿਲਾਂ ਪੰਜਾਬ ਦੀ ਸੱਤਾ ਨੂੰ ਸਾਫ਼ ਕਰੀਏ, ਫਿਰ ਇੱਥੋਂ ਦੀ ਸੱਤਾ ਦੇ ਬਾਅਦ ਅਸੀਂ ਭਾਰਤ ਦੀ ਸੱਤਾ ਨੂੰ ਆਮ ਕਿਰਤੀਆਂ ਦੀ ਸੱਤਾ ਵਿੱਚ ਬਦਲੀਏ, ਤਾਂ ਮੇਰੇ ਖਿਆਲ 'ਚ ਅਸੀਂ ਕਾਫੀ ਕੁਝ ਹਾਸਲ ਕਰ ਸਕਦੇ ਹਾਂ। ਬਾਕੀ ਨਜ਼ਰੀਆ ਹਰ ਇੱਕ ਦਾ ਆਪਣਾ ਆਪਣਾ ਹੈ। ਕੋਈ ਕਿਸੇ ਤਰ੍ਹਾਂ ਇਸ ਨੂੰ ਬਿਆਨਦਾ ਤੇ ਕੋਈ ਕਿਸੇ ਤਰ੍ਹਾਂ ਬਿਆਨਦਾ, ਕੋਈ ਕਿਸੇ ਤਰ੍ਹਾਂ ਸੋਚ ਰੱਖਦਾ, ਕੋਈ ਕਿਸੇ ਤਰ੍ਹਾਂ ਦੀ ਸੋਚ ਰੱਖਦਾ। ਖੈਰ, ਕੁਝ ਵੀ ਹੋਵੇ, ਬਹੁਤ ਜ਼ਿਆਦਾ ਸਾਨੂੰ ਭਾਵੇਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ ਪਹਿਲਾਂ, ਪਰ ਫਿਰ ਵੀ ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਨਵੀਂ ਸ਼ੁਰੂਆਤ ਦਾ ਸਾਨੂੰ ਸਵਾਗਤ ਕਰਨਾ ਬਣਦਾ ਹੈ ਤੇ ਇੱਥੇ ਸਾਨੂੰ ਇਹ ਗੱਲ ਲਾਜ਼ਮੀ ਸੋਚਣੀ ਚਾਹੀਦੀ ਹੈ ਕਿ ਜੇ ਰਵਾਇਤੀ ਪਾਰਟੀਆਂ ਨਾਲੋਂ ਪਰੇ ਹੋ ਕੇ ਸਾਡੇ ਹਿੱਤ ਦੇ ਵਿੱਚ ਕੋਈ ਸੱਚੀ ਗੱਲ ਹੁੰਦੀ ਹੈ, ਕੋਈ ਸਹੀ ਗੱਲ ਹੁੰਦੀ ਹੈ, ਤਾਂ ਉਹਦਾ ਸਾਥ ਦੇਣਾ ਸਾਨੂੰ ਜ਼ਰੂਰ ਬਣਦਾ ਹੈ। ਬਾਕੀ ਵੋਟਰਾਂ ਨੂੰ ਮੈਂ ਇੱਕ ਅਪੀਲ ਇਹ ਵੀ ਕਰਨੀ ਚਾਹਾਂਗੀ ਕਿ ਭਾਈ ਤੁਸੀਂ ਮੁਫਤ ਦੇ ਨਾਂ 'ਤੇ, ਕੋਈ ਹਜ਼ਾਰ ਰੁਪਏ ਦੀ ਵੋਟ ਦੇ ਨਾਂ 'ਤੇ, ਕੋਈ ਥੋੜ੍ਹੀ ਜਿਹੀ ਸ਼ਰਾਬ ਦੇ ਨਾਂ 'ਤੇ, ਕੋਈ ਥੋੜ੍ਹੀ ਜਿਹੀ ਕਿਸੇ ਹੋਰ ਲਾਲਚ ਵਸ ਆ ਕੇ ਆਪਣੀ ਵੋਟ ਵੇਚਿਓ ਨਾ, ਆਪਣੀ ਜ਼ਮੀਰ ਦੀ ਆਵਾਜ਼ ਸੁਣਿਓ। ਕਿਉਂਕਿ ਜਿਹੜੇ ਲੋਕ ਵੋਟਾਂ ਵੇਚਦੇ ਨੇ ਜਾਂ ਸਿਰਫ ਕਹਿੰਦੇ ਜੀ ਅਸੀਂ ਤਾਂ ਪੱਕੇ ਅਕਾਲੀਆਂ ਨੂੰ ਵੋਟ ਪਾਵਾਂਗੇ, ਅਸੀਂ ਤਾਂ ਪੱਕੇ ਕਾਂਗਰਸੀਆਂ ਨੂੰ ਵੋਟ ਪਾਵਾਂਗੇ, ਅਸੀਂ ਤਾਂ ਜੀ ਆਪ ਦੇ ਨਾਲ ਆਪ ਨੂੰ ਹੀ ਵੋਟ ਪਾਵਾਂਗੇ, ਇਹੋ ਜਿਹੇ ਲੋਕਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਪੰਜਾਬ ਦਾ ਭਲਾ ਕਿਸ ਗੱਲ ਦੇ ਵਿੱਚ ਹੈ। ਸੋ ਪਾਰਟੀਆਂ ਦੇ ਵਿੱਚ ਵੀ, ਉਹਨਾਂ ਪਾਰਟੀਆਂ ਦੇ ਵਿੱਚ ਵੀ ਹੋ ਸਕਦਾ ਚੰਗੇ ਬੰਦੇ ਹੋਣ, ਮੈਂ ਨਹੀਂ ਕਹਿੰਦੀ ਕਿ ਸਾਰੀਆਂ ਪਾਰਟੀਆਂ ਗਲਤ ਨੇ ਜਾਂ ਸਾਰੇ
ਰਾਜਨੇਤਾ ਹੀ ਗਲਤ ਨੇ। ਉਹਨਾਂ ਦੇ ਵਿੱਚ ਵੀ ਹੋ ਸਕਦਾ ਉੱਚੇ ਸੁੱਚੇ ਕਿਰਦਾਰਾਂ ਵਾਲੇ ਲੋਕ ਬੈਠੇ ਹੋਣ। ਸੋ ਸਭ ਤੋਂ ਪਹਿਲਾਂ ਪਾਰਟੀ ਨੂੰ ਪਰੇ ਰੱਖ ਕੇ ਉੱਚੇ ਸੁੱਚੇ ਕਿਰਦਾਰਾਂ ਵਾਲੇ ਉਮੀਦਵਾਰਾਂ ਦੀ ਚੋਣ ਕਰੋ। ਜੇ ਚੋਣ ਹੋ ਗਈ ਹੈ, ਉਹ ਤੁਹਾਡੇ ਇਲਾਕੇ ਦੇ ਵਿੱਚ ਉਮੀਦਵਾਰ ਵਜੋਂ ਖੜੇ ਨੇ, ਤਾਂ ਉਹਨਾਂ ਉਮੀਦਵਾਰਾਂ ਨੂੰ ਹੀ ਅੱਗੇ ਲੈ ਕੇ ਆਓ ਜਿਹੜੇ ਕਿ ਇਹੋ ਜਿਹੇ ਮੁਫਤ ਦੇ ਲੋਲੀਪੌਪ ਦੇਣ ਦੀ ਥਾਂ ਤੁਹਾਨੂੰ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨ ਲਈ ਕਹਿ ਰਹੇ ਨੇ, ਜਾਂ ਮੁੱਦਿਆਂ ਨੂੰ ਸੁਲਝਾਉਣ ਦੀ ਗੱਲ ਕਰ ਰਹੇ ਨੇ ਕਿ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ ਜਾਂ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਕਰਾਂਗੇ। ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਸਾਡਾ ਮੁੱਢਲਾ ਫਰਜ਼ ਹੈ। ਸੋ ਉਮੀਦ ਕਰਦੀ ਹਾਂ ਕਿ ਸਾਡੇ ਸਾਰੇ ਦੇ ਸਾਰੇ ਵੋਟਰ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਮੈਂ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਨਹੀਂ, ਕਿਸੇ ਵੀ ਪਾਰਟੀ ਦੇ ਵਿਰੋਧ ਵਿੱਚ ਨਹੀਂ। ਜੇ ਸੰਯੁਕਤ ਸਮਾਜ ਮੋਰਚੇ ਦੀ ਮੈਂ ਗੱਲ ਕੀਤੀ ਹੈ ਤਾਂ ਮੈਂ ਇਸ ਕਰਕੇ ਕਰ ਰਹੀ ਹਾਂ ਕਿ ਮੈਨੂੰ ਇੱਥੇ ਥੋੜ੍ਹੀ ਜਿਹੀ ਇੱਕ ਉਮੀਦ ਜਾਗਦੀ ਹੈ ਕਿ ਇਹ ਲੋਕ ਕਿਉਂਕਿ ਸੰਘਰਸ਼ ਦੇ ਵਿੱਚੋਂ ਨਿਕਲੇ ਨੇ, ਸੰਘਰਸ਼ ਦੇ ਵਿੱਚੋਂ ਨਿਕਲੇ ਹੋਣ ਕਰਕੇ ਇਹਨਾਂ ਨੂੰ ਲੋਕਾਂ ਦੇ ਦੁੱਖਾਂ ਦਾ ਪਤਾ ਹੈ। ਇਹਨਾਂ ਨੂੰ ਲੋਕਾਂ ਦੇ ਦੁੱਖਾਂ ਦਾ ਪਤਾ ਹੋਣ ਕਰਕੇ ਹੋ ਸਕਦਾ ਹੈ ਕਿ ਇਹ ਕੱਲ੍ਹ ਨੂੰ ਜੇ ਸੱਤਾ ਵਿੱਚ ਆ ਜਾਂਦੇ ਹੈ ਤਾਂ ਸਾਡੇ ਪੰਜਾਬ ਦਾ ਮੂੰਹ ਮੁਹਾਂਦਰਾ ਬਦਲਣ ਦੀ ਸਮਰੱਥਾ ਰੱਖਦੇ ਹੋਣ। ਬਾਕੀ ਅਸੀਂ ਲੋਕ ਜੇ ਸੱਤਾ ਵਿੱਚ ਆ ਵੀ ਜਾਂਦੇ ਆ ਤਾਂ ਅਸੀਂ ਲੋਕ ਇਹਨਾਂ ਦੇ ਪਿੱਛੇ ਪੈ ਕੇ, ਜਿਹੜੇ ਆਮ ਲੋਕ ਆ, ਜਿਵੇਂ ਜਨ ਅੰਦੋਲਨ ਇਹ ਬਣਿਆ ਸੀ ਸੰਯੁਕਤ ਕਿਸਾਨ ਮੋਰਚਾ, ਤਾਂ ਉਸ ਦੇ ਵਿੱਚ ਸ਼ਾਮਲ ਸਾਰੇ ਲੋਕ ਇਕਮੁੱਠ ਹੋ ਕੇ ਫਿਰ ਇੱਕ ਆਵਾਜ਼ ਹੋ ਕੇ ਇਹਨਾਂ ਤੋਂ ਅਸੀਂ ਇਹਨਾਂ ਦੇ ਪਿੱਛੇ ਪੈ ਕੇ ਵੀ ਕੰਮ ਕਰਵਾ ਸਕਦੇ ਹਾਂ ਕਿ ਭਾਈ ਆਹ ਕੰਮ ਕਰਨ ਵਾਲਾ ਇਹ ਕੰਮ ਕਰੋ, ਆਹ ਕੰਮ ਕਰਨ ਵਾਲਾ ਇਹ ਕੰਮ ਕਰੋ। ਸੋ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਦਾ ਮੈਨੀਫੈਸਟੋ ਵੀ ਸਾਡੇ ਸਾਹਮਣੇ ਆ ਜਾਵੇਗਾ ਕਿ ਕੀ ਕਹਿੰਦੇ ਨੇ, ਕੀ ਕਰਦੇ ਨੇ ਤੇ ਕੀ ਇਹਨਾਂ ਦੇ ਏਜੰਡੇ ਤੇ ਹੈ। ਬਾਕੀ ਮੈਨੂੰ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਇਹ ਮੋਰਚਾ ਅੱਗੇ ਵਧਿਆ ਉਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਸੱਚੇ ਸੁੱਚੇ ਕਿਰਦਾਰ ਵਾਲੇ 117 ਬੰਦੇ ਹੀ ਸਾਹਮਣੇ ਆਉਣਗੇ ਤੇ ਉਹਨਾਂ ਦਾ ਸਮਰਥਨ ਕਰਨਾ ਸਾਡਾ ਫਰਜ਼ ਬਣਦਾ ਹੈ। ਆਓ ਦੇਖੀਏ ਕਿ ਪੰਜਾਬ ਦਾ ਇਤਿਹਾਸ, ਅਸੀਂ ਰਾਜਸੀ ਇਤਿਹਾਸ ਜਿਹੜਾ ਹੈ ਉਹ ਨਵੇਂ ਸਿਰੋਂ ਲਿਖ ਸਕਦੇ ਹਾਂ। ਸਭ ਕੁਝ ਸਾਡੇ ਵੋਟਰਾਂ ਦੇ ਹੱਥਾਂ ਵਿੱਚ ਹੈ। ਸੋ ਸਾਰੇ ਵੋਟਰਾਂ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਇਸ ਵਾਰ ਇੱਕ ਨਵੀਂ ਤਬਦੀਲੀ ਤੇ ਆਪਣੇ ਸਾਥ ਜ਼ਰੂਰ ਕਰੋ। ਧੰਨਵਾਦ।